आसा महला पंजवा। काम क्रोध लोभ मोह मिटावै, छुटकै दुर्मत अपनी धारी। होए निमाणी सेव कमावै, तां प्रीतम होवै मन प्यारी। सुन सुंदर साधु बचन उधारी, दुख भोग मिटे तेरो सहसा। सुख पावै तू सुख मन नारी रहो। चरण पखार करो गुर सेवा, आत्म शुद्ध बिख त्यास निवारी। दासन की होए दास दासरी, तां पावै शोभा हर द्वार। एही आचार एही ब्योहारा, आज्ञा मान भगत होए तुम्हारी। जो यो मंत्र कमावै नानक, सो भवजल पार उतारी। एक ओंकार सतनाम, करता पुरख निर्भव निर्वैर, अकाल मूरत अजूनी सैभं। गुर प्रसाद। ज़हरा ज़हूर हाजरा हजूर सर्व कला भरपूर समर्थ गुरु। लोक परलोक दे रख्यक भगत वशल ज्ञान दे सागर। गुरुआं दे गुरु बाणी के बोहत, गुरुआं भगतां भट्टां सिखां दी इलाही बाणी। बाणी गुरु जोत रूप विच धन धन श्री गुरु ग्रंथ साहिब महाराज जी दी पावन पवित्र गोद हजूरी दे विच गुरु शब्द गुरु कीर्तन दे नाल जुड़ बैठी जुड़ रही साध संगत जी। धनता दे योग आप सब वडभागे हो। गुरु साहब ने बड़ी दया की है। जीवन दे रहिंदे सवासां नूं लेखे विच लाउण दा मौका समा बख्शिया। गुरु साहब मेहर करन, साडा बचिया होया जीवन जिहड़ा ਉਹ बहुत वधिया तरीके दे नाल बतीत होवे। जीवन की जिहड़ी रहिंदी यात्रा जिहड़ी पिछे बीत चुकी है, ਉਹਦੇ ਵੱਲ ध्यान नहीं देना, ਉਹਦੇ ਤੋਂ कुछ सिख के आगे समझ चलो नंद लाला पाछे जो बीती सो बीती। अगाह को त्राग पिछा फेरना मोडड़ा। जिहड़ा बीतिया कल है महाराज जी कहते उन्होंने सोच के उदास ना हो।
ਜਿਹੜੇ ਬੀਤੇ ਸਮੇਂ ਦੇ ਵਿੱਚ ਕੋਈ ਗੱਲ ਹੋ ਚੁੱਕੀ ਹੈ ਉਹਨੂੰ ਸੋਚ ਕੇ ਉਦਾਸ ਨਾ ਹੋ। ਬੀਤੇ ਕੱਲ੍ਹ ਦੀ ਯਾਦ ਅੱਜ ਨੂੰ ਖਰਾਬ ਕਰੇਗੀ। ਬੀਤਿਆ ਹੋਇਆ ਕੱਲ੍ਹ ਦਾ ਖਰਾਬ ਸਮਾਂ ਅੱਜ ਨੂੰ ਵੀ ਖਰਾਬ ਕਰੇਗਾ। ਆਗੇ ਸਮਝ ਚੱਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਪਿੱਛੇ ਜੋ ਹੋ ਚੁੱਕਾ ਹੈ, ਪਿੱਛੇ ਜੋ ਲੰਘ ਚੁੱਕਾ ਹੈ, ਉਸ ਨੂੰ ਭੂਤ ਕਾਲ ਸਮਝ ਕੇ ਛੱਡ ਦੇ, ਭੁੱਲ ਜਾ। ਪ੍ਰੈਜ਼ੈਂਟ ਵਰਤਮਾਨ ਅੱਜ ਦੇ ਵਿੱਚ ਜੀ। ਜੋ ਅੱਜ ਹੈ ਅੱਜ ਬਾਰੇ ਸੋਚ। ਕੱਲ੍ਹ ਦੀ ਨੈਗੇਟਿਵਿਟੀ ਜਿਹੜੀ ਹੈ ਉਹ ਅੱਜ ਦੀ ਪੋਜ਼ੀਟਿਵਿਟੀ ਨੂੰ ਖਰਾਬ ਨਾ ਕਰੇ। ਕੱਲ੍ਹ ਦੀ ਬੀਤੀ ਹੋਈ ਜ਼ਿੰਦਗੀ ਜਿਹੜੀ ਹੈ ਉਹ ਅੱਜ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਨਾ ਕਰੇ। ਇਸ ਕਰਕੇ ਅਗਾਂਹ ਕੋ ਤਰਾਗ ਪਿੱਛਾ ਫੇਰ ਨਾ ਮੋੜੜ। ਤੂੰ ਅੱਜ ਨੂੰ ਜਾਣ ਕੇ, ਅੱਜ ਨੂੰ ਪਛਾਣ ਕੇ ਕੱਲ੍ਹ ਜਿਹੜਾ ਆਉਣ ਵਾਲਾ ਤੇਰਾ ਉਸ ਨੂੰ ਵਧੀਆ ਕਰ ਲੈ। ਅੱਜ ਨੂੰ ਸਫਲ ਕਰਕੇ ਕੱਲ੍ਹ ਤੇਰਾ ਆਲਰੇਡੀ ਜਿਹੜਾ ਵਧੀਆ ਬਣੇਗਾ ਹੀ ਬਣੇਗਾ, ਆਪਣੇ ਆਪ ਆਟੋਮੈਟਿਕਲੀ। ਸੋ ਜੇ ਕੱਲ੍ਹ ਵਧੀਆ ਅਸੀਂ ਬਣਾਇਆ ਸੀ, ਸਾਡਾ ਅੱਜ ਵਧੀਆ। ਅੱਜ ਨੂੰ ਚੰਗਾ ਬਣਾਵਾਂਗੇ, ਕੱਲ੍ਹ ਵਧੀਆ ਆਉਣ ਵਾਲਾ। ਕੱਲ੍ਹ ਨੂੰ ਵਧੀਆ ਬਣਾਵਾਂਗੇ ਅਤੇ ਫਿਰ ਸਾਡੀ ਯਾਤਰਾ ਹੀ ਸਫਲ। ਸੋ ਇਸ ਲਈ ਬੀਤੇ ਹੋਏ ਸਮੇਂ ਦੇ ਵਿੱਚ ਉਸ ਨੂੰ ਯਾਦ ਕਰਕੇ ਤੇ ਆਪਣੇ ਮਨ ਨੂੰ ਖਰਾਬ ਜਾਂ ਕਮਜ਼ੋਰ ਕਰਨਾ, ਇਸ ਤੋਂ ਗੁਰੂ ਜੀ ਬਾਹਰ ਕੱਢ ਰਹੇ ਨੇ। ਇਹ ਅਗਿਆਨਤ ਹੈ। ਸੋ ਇਸ ਲਈ ਅੱਜ ਜੋ ਕੁਝ ਸਾਨੂੰ ਮਿਲ ਰਿਹਾ ਹੈ, ਹੋ ਸਕਦਾ ਕੱਲ੍ਹ ਨਾਲੋਂ ਵੀ ਚੰਗਾ ਮਿਲੇ। ਹੋ ਸਕਦਾ ਅੱਜ ਦਾ ਸਮਾਂ ਕੱਲ੍ਹ ਨਾਲੋਂ ਵੀ ਵਧੀਆ ਹੋਵੇ। ਸੋ ਇਸ ਲਈ ਅੱਜ ਦੇ ਸਮੇਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਹੈ ਵੀ ਇਸ ਨੂੰ ਸੁੰਦਰ ਬਣਾਉਣਾ। ਆਪਣੇ ਮਨ ਨੂੰ, ਆਪਣੇ ਆਪ ਨੂੰ, ਆਪਣੇ ਹਿਰਦੇ ਰੂਪੀ ਘਰ ਨੂੰ, ਆਪਣੇ ਬਾਹਰਲੇ ਘਰ ਨੂੰ, ਆਪਣੀ ਜ਼ਿੰਦਗੀ ਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਸੁੰਦਰ ਬਣਾਉਣਾ। ਸੋ ਇਸ ਕਰਕੇ ਸੁੰਦਰ ਕਿਸ ਤਰ੍ਹਾਂ ਬਣਦਾ? ਉਹ ਸਾਨੂੰ ਜਿਹੜੇ ਸਤਸੰਗੀ ਹਨ, ਜਿਹੜੇ ਸੱਚ ਦਾ ਸਾਥ ਕਰਦੇ ਹਨ, ਉਹਨਾਂ ਨੂੰ ਪਤਾ ਹੈ ਵੀ ਜੀਵਨ ਨੂੰ ਕਿਸ ਤਰ੍ਹਾਂ ਜੀਵਨ ਬਣਾਉਣਾ ਹੈ। ਇਹ ਵੱਖਰੀ ਗੱਲ ਹੈ ਜੀਵਨ ਉਸ ਤਰ੍ਹਾਂ ਦਾ ਨਾ ਬਣੇ ਜਿਸ ਤਰ੍ਹਾਂ ਦਾ ਗੁਰੂ ਜੀ ਕਹਿੰਦੇ ਨੇ, ਪਰ ਸਾਨੂੰ ਤਰੀਕਾ ਜਿਹੜਾ ਹੈ ਦੱਸ ਦਿੱਤਾ ਹੈ। ਅਸੀਂ ਕੋਈ ਵੀ ਡਿਸ਼ ਬਣਾਉਣੀ ਹੁੰਦੀ ਹੈ, ਕਿਧਰੋਂ ਪੜ੍ਹ ਲੈਂਦੇ ਹਾਂ, ਕਿਧਰੋਂ ਦੇਖ ਲੈਂਦੇ ਹਾਂ, ਕਿਧਰੋਂ ਸੁਣ ਵੀ ਲੈਂਦੇ ਹਾਂ, ਪਰ ਜੇ ਨਾ ਬਣੇ ਉਹ ਇੱਕ ਅਲੱਗ ਗੱਲ ਹੈ। ਸਿੱਖਣੀ ਚਾਹੀਦੀ ਹੈ, ਚੀਜ਼ ਬਣਾਉਣੀ ਸਿੱਖਣੀ ਚਾਹੀਦੀ ਹੈ। ਇੱਕ ਵਾਰੀ ਚੰਗੀ ਨਾ ਬਣੇਗੀ, ਦੂਜੀ ਵਾਰੀ, ਤੀਜੀ, ਚੌਥੀ ਵਾਰੀ ਚੰਗੀ ਬਣ ਜਾਏਗੀ। ਜੇ ਕਿਸੇ ਦਾ ਅੱਜ ਜੀਵਨ ਵਧੀਆ ਨਹੀਂ ਬਣਦਾ, ਗੁਰੂ ਸਾਹਿਬ ਦੀ ਬਾਣੀ ਕਹਿੰਦੀ ਉਹ ਕੋਸ਼ਿਸ਼ ਕਰਦਾ ਰਹੇ। ਜੇ ਅੱਜ ਨਹੀਂ ਬਣਿਆ ਤਾਂ ਕੱਲ੍ਹ ਨੂੰ ਜ਼ਰੂਰ ਚੰਗਾ ਬਣ ਜਾਏਗਾ। ਜੇ ਅੱਜ ਉਹ ਕਿਰਪਾ ਨਹੀਂ, ਜਿਹੜੀ ਕਿਰਪਾ ਨੂੰ ਤੂੰ ਪ੍ਰਾਪਤ ਕਰਨੀ ਚਾਹੁੰਦਾ, ਉਹ ਕੱਲ੍ਹ ਮਿਲ ਜਾਏਗੀ। ਕੋਈ ਵੱਡੀ ਗੱਲ ਨਹੀਂ। ਜਾ ਕੇ ਕਰ ਸਭ ਕਿਛ ਹੈ ਭਾਈ, ਨੌ ਨਿਤ ਭਰੇ ਭੰਡਾਰ। ਜੇ ਅੱਜ ਗੱਲ ਨਹੀਂ ਬਣੀ, ਜੇ ਅੱਜ ਅਵਸਰ ਨਹੀਂ ਮਿਲਿਆ ਤਾਂ ਕੋਈ ਗੱਲ ਨਹੀਂ, ਕੱਲ੍ਹ ਨੂੰ ਮਿਲ ਜਾਏਗਾ। ਕੱਲ੍ਹ ਨੂੰ ਨਹੀਂ ਤਾਂ ਪਰਸੋਂ। ਕਈ ਵਾਰ 10 ਦਾ ਚੱਕਰ ਵੀ ਲਾਉਣੇ ਪੈਂਦੇ ਨੇ। ਕੋਈ ਗੱਲ ਨਹੀਂ, ਜਦੋਂ ਉਹ ਫਿਰ ਮਿਲ ਗਿਆ ਨਾ, ਉਸ ਦਿਨ ਉਸਨੇ ਕਾਰਜ ਕਰ ਦੇਣਾ। ਫਿਰ ਉਸ ਦਿਨ ਉਹ ਰਹਿਣਾ ਨਹੀਂ, ਫਿਰ ਉਸ ਦਿਨ ਪਿੱਛੇ ਨਹੀਂ ਦੇਖਿਆ ਜਾਣਾ। ਉਸ ਦਿਨ ਤਾਂ ਫਿਰ ਫਾਈਨਲ ਹੈ। ਇਸ ਕਰਕੇ ਨਾਨਕ ਹੁਕਮੀ ਆਵੋ ਜਾਓ, ਉਹਦੇ ਹੁਕਮ ਦੇ ਵਿੱਚ ਸਾਰਾ ਸੰਸਾਰ ਆ ਜਾ ਰਿਹਾ ਹੈ। ਅਸੀਂ ਇੱਥੇ ਵਿਚਾਰ ਕਰਨੀ ਹੈ ਗੁਰੂ ਦੇ ਕੋਲ ਆਉਣ ਦੀ ਅਤੇ ਜੀਵਨ ਬਣਾਉਣ ਦੀ। ਆਪਣੇ ਜੀਵਨ ਨੂੰ ਬਣਾਉਣ ਦੇ ਲਈ ਗੁਰੂ ਕੋਲ ਆਉਂਦੇ ਰਹਿਣਾ ਚਾਹੀਦਾ ਹੈ। ਜਿਵੇਂ ਬੱਚਿਆਂ ਨੂੰ, ਨੌਜਵਾਨਾਂ ਨੂੰ ਅਸੀਂ ਕਿਸੇ ਕੰਮ ਨੂੰ ਸਿੱਖਣ ਲਈ ਲਾਉਂਦੇ ਹਾਂ,
वो कोई 2 महीने विच, कोई 6 महीने विच, कोई 2 साल च, कोई 5 साल दे विच वो काम हौली हौली सीख लैंदा है। जिवें अज कोई गड्डी चलाउणी सिੱਖਦਾ, अज कोई ट्राला चलाउणा सिੱਖਦਾ, वो 4-6 महीने विच सीख जाता है। ठीक है, हौली हौली। फिर बाद विच उसनूं सीखण दी जरूरत नहीं पैंदी, फिर गड्डी अपने आप चलदी है। गल्लां करदिआं भी, ऑडियो सुणदिआं भी, ते फिर अपने आप भजदी है गड्डी। समा लगा। इस तरह जीवन जिहड़ा असी गुरु दे कोल आउंदे हाँ, बहिंदे हाँ, कथा कीर्तन सुणदे हाँ। सो ये साडियां क्लासां हन, ये साडे लैक्चर हन। जिवें बच्चों के स्टूडेंट के लैक्चर होंदे हैं ना, ये साडे लैक्चर हैं, ये साडी क्लासेस हैं। तो ये हौली 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 जरूर प्रोग्रेस होंदी है। एक दिन बंदा उत्थे पहुँच जाता है, फिर इसनूं सुनने की जरूरत नहीं पैंदी है, सुनाउणा शुरू कर दिंदा है। ध्यान देना। फिर किसी दिन ये भी दिन आ जाता है, इसनूं पढ़न की जरूरत भी नहीं पैंदी। फिर वो जिहड़ी पढ़ाई है, जिसनूं कहंदे ने आत्मक दृष्टि या आत्मक विद्या भी कह सकते हैं, वो जिहड़ी अपने आप आउंदी है। साडे कई भगत ऐसे होए ने जिहड़े ज़्यादा दुनियावी पढ़ाई नहीं लै सके। ध्यान देना। पर उन्हां दी रची हुई बाणी रागां दे विच है। ध्यान देना। कई भगत है उन्होंने पढ़न का बहुता मौका नहीं मिलिया, पर उन्हां दी रची हुई बाणी रागां ते है, रागां दे विच है। इसदा मतलब जिस विद्या की विचार गुरु साहब जी करवा रहे हैं, जिस विद्या बारे असी गल कर रहे हैं, वो विद्या बहुत वड्डी है, जिसनों आत्मक ज्ञान कहते हैं। वो आत्मक ज्ञान वाले नूं माइक्रोस्कोप की जरूरत नहीं होंदी, उसनों इदां दा लेंस नहीं लियाना पैंदा भी मैं चन्न ते जां किसी ग्रह ते उस तरीके नाल वेखां। उन्होंने ऐसी कोई खोज वाली चीज़ पैदा नहीं करनी पैंदी भी मैं धरती मापां, मैं धरतियां लभां, मैं आकाश लभां, मैं पताल लभां। उन्होंने बाहरली तकनीक की जरूरत नहीं पैंदी, वो अंदरली तकनीक नाल कहंदे ने पातालां पाताल लख, आगस आगस, ओढ़ कोड़ख भल तक के वेद कहन एक बात। सो जिहड़ी आत्मक ज्ञान दे विचों देखो, दुनियावी विद्या जो कोई बहुत ज़्यादा उच्च विद्या हासिल कर लैंदा है, वो किसी आम बंदे नूं गल नहीं करन दिंदा। ध्यान देना। राइट है ना। दुनियावी विद्या चाहे वह धार्मिक सिक्ख्या, चाहे दुनियावी एजुकेशन, किसी भी फील्ड विच उहदा कोई मुकाबला नहीं कर सकता, वो बारे नहीं आन दिंदा। दुनियावी विद्या का एक पढ़िया मनुख जिसनों रूहानीयत हासिल है, जिसनों आत्मक ज्ञान प्राप्त है, जिस दे कोल वो चीज़ है, उहदे अगे दुनिया झुकदी है, उन्होंने नमस्कार करती है। उहदे ज्ञान नूं कल जिहड़ी नहीं मनदी सी, अज उस दे ज्ञान नूं मन रही है। ध्यान देना। तर्क दलील वाली दुनिया भी अज गुरु नानक दे ज्ञान नूं मन लई अडॉप्ट कर रही है। जिहड़े कल शंके करते सी, वो साइंस द्वारा जो उन्होंने खोज की तो वो सही पाया गया, तो उन्होंने गुरु नानक जां बाबे नानक जां गुरुआं दी बाणी नूं भी अज सच करके मान लिया है। इसदा मतलब आत्म ज्ञान वड्डा है, सोझी वड्डी है, गुरु द्वारा दिती हुई सियाणप बहुत वड्डी है। सो ये कित्थों मिलती है? गुरु साहब तो, गुरु की बाणी तो। ज्यों ज्यों कोई जुड़ता जाएगा त्यों त्यों उसनों पता लगता जाएगा। जिन्ने ज़्यादा किसी के लैक्चर अटेंड करेगा कोई होणगे, वो उन्ना ही बाखूबी उस चीज़ दे विच परफेक्ट होंदा जाएगा। ध्यान देना। वो उस चीज़ दे विच बहुत ज़्यादा मुहारत हासिल कर रहेगा। सो इसलिए गुर ज्ञान
ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੇ ਵੇਦ ਵਿਆਸੇ ਸੋਏ। ਸੋ ਅਸੀਂ ਉਸ ਗੁਰੂ ਦੇ ਕੋਲ ਇਸ ਵੇਲੇ ਆਏ ਹਾਂ, ਬੈਠੇ ਹਾਂ, ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਰਚਨਹਾਰ ਹੈ, ਔਰ ਜੋ ਸਭ ਨੂੰ ਹੀ ਗਿਆਨ ਦੇ ਰਿਹਾ। ਧਿਆਨ ਦੇਣਾ, ਉਹ ਸਾਨੂੰ ਵੀ ਗਿਆਨ ਦੇ ਰਿਹਾ, ਇੱਕ ਕੁੱਕਰ ਨੂੰ ਵੀ ਗਿਆਨ ਦੇ ਰਿਹਾ, ਕੁੱਤੇ ਨੂੰ ਵੀ ਗਿਆਨ ਦੇ ਰਿਹਾ। ਜਿਹੜੇ ਸਪੈਸ਼ਲ ਕੁੱਕਰ ਕੁੱਤੇ ਹੁੰਦੇ ਨੇ, ਜਿਹੜੇ ਪੁਲਿਸ ਨੇ ਰੱਖੇ ਹੁੰਦੇ ਨੇ, ਉਹ ਸੁੰਘ ਕੇ, ਧਿਆਨ ਦੇਣਾ, ਉਹ ਪੈੜਾਂ ਨੂੰ ਪਛਾਣ ਕੇ ਅੱਗੇ ਲੰਘਦੇ ਜਾਂਦੇ ਨੇ। ਜਿੱਥੇ ਕੋਈ ਸਮਾਨ ਜਾਂ ਕੋਈ ਚੀਜ਼ ਇੱਦਾਂ ਦੀ ਛੁਪੀ ਹੁੰਦੀ ਹੈ, ਲੁਕੋਈ ਹੁੰਦੀ ਹੈ, ਉਹਨੂੰ ਲੱਭ ਲੈਂਦੇ ਨੇ। ਇਹਦਾ ਮਤਲਬ ਉਹਨਾਂ ਦੀ ਸੁੰਘਣ ਸ਼ਕਤੀ, ਉਹਨਾਂ ਦਾ ਗਿਆਨ ਹੈ। ਉਹਨਾਂ ਦੀ ਸੁੰਘਣ ਸ਼ਕਤੀ, ਉਹਨਾਂ ਦਾ ਗਿਆਨ ਹੈ। ਚੀਂਟੀਆਂ, ਕੀੜੀਆਂ ਨੂੰ ਪਤਾ ਲੱਗ ਜਾਂਦਾ ਵੀ ਵਰਖਾ ਆਉਣ ਵਾਲੀ ਹੈ। ਸਾਨੂੰ ਨਹੀਂ ਕਈ ਵਾਰ ਪਤਾ ਲੱਗਦਾ, ਸਾਨੂੰ ਨੈੱਟ ਤੋਂ ਦੇਖਣਾ ਪੈਂਦਾ। ਉਹਨਾਂ ਦੇ ਵਿੱਚ ਕੋਈ ਸ਼ਕਤੀ ਹੈ, ਤਾਕਤ ਹੈ, ਮਹਿਸੂਸ ਕਰਨ ਦੀ ਤਾਕਤ ਹੈ। ਹਰ ਜੀਵ ਜੰਤੂ ਦੇ ਵਿੱਚ ਕੋਈ ਨਾ ਕੋਈ ਤਾਕਤ ਮਾਲਕ ਨੇ ਭਰੀ ਹੋਈ ਹੈ। ਉਹ ਵੀ ਗਿਆਨ ਪ੍ਰਾਪਤ ਕਰਕੇ ਇੱਕ ਸੁਨੇਹਾ ਦਿੰਦੀ ਹੈ ਵੀ ਇਸ ਤਰ੍ਹਾਂ ਪਸ਼ੂ ਪੰਛੀ ਜਾਨਵਰ, ਸਾਡੇ ਕਿੱਲੇ 'ਤੇ ਡੰਗਰ ਜਦੋਂ ਉੱਚੀ ਉੱਚੀ ਡਿੰਗਦੇ ਨੇ ਜਾਂ ਕੁੱਤੇ ਭੌਂਕਦੇ ਨੇ, ਸਾਨੂੰ ਕੁਛ ਨਾ ਕੁਛ ਇਸ਼ਾਰਾ ਦੇ ਦਿੰਦੇ ਨੇ। ਇਹਦਾ ਮਤਲਬ ਉਹਨਾਂ ਨੂੰ ਕੋਈ ਗਿਆਨ ਹੈ, ਉਹਨਾਂ ਨੂੰ ਕੁਝ ਮਹਿਸੂਸ ਹੋ ਰਿਹਾ। ਜਿਹੜਾ ਪਰਮਾਤਮਾ ਹੈ ਉਹ ਸਾਰੀ ਹੀ ਸ੍ਰਿਸ਼ਟੀ ਨੂੰ ਗਿਆਨ ਦੇ ਰਿਹਾ ਹੈ। ਬਾਣੀ ਕਹਿੰਦੀ ਹੈ, ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਤ ਪੜਨ ਰੱਖੀ, ਸਰ ਜੁਗ ਜੁਗ ਵੇਦਾਂ ਨਾਲ। ਮਤਲਬ ਪੰਕਤੀਆਂ ਬਹੁਤ ਨੇ। ਜਿਹੜੇ ਗਾਉਂਦੇ ਨੇ, ਇਹਦਾ ਮਤਲਬ ਉਹਨਾਂ ਨੂੰ ਗਿਆਨ ਵੀ ਹੋਏਗਾ। ਜਿਹੜੇ ਗਾਉਂਦੇ ਨੇ ਉਹਨਾਂ ਨੂੰ ਗਿਆਨ ਜ਼ਰੂਰ ਹੋਏਗਾ, ਗਾਉਂਦੇ ਹੀ ਤਾਂ। ਕੋਈ ਕੀਰਤਨ ਕਥਾ ਕਰਦਾ ਹੀ ਹੋਏ ਜਿਹਨੂੰ ਗਿਆਨ ਹੋਏਗਾ ਇਸ ਚੀਜ਼ ਦਾ। ਜਿਹਨੂੰ ਹਾਰਮੋਨੀਅਮ ਦਾ ਗਿਆਨ ਨਹੀਂ ਹੋਏਗਾ, ਉਹ ਜਾ ਹੀ ਨਹੀਂ ਸਕੇਗਾ। ਇਹਦਾ ਮਤਲਬ ਗਾਉਂਦਾ ਉਹੀ ਹੈ ਜਿਹਨੂੰ ਗਿਆਨ ਹੈ, ਬਣਾਉਂਦਾ ਉਹੀ ਹੈ ਜਿਹਨੂੰ ਗਿਆਨ ਹੈ, ਰਚਦਾ ਉਹੀ ਹੈ ਜਿਹਨੂੰ ਗਿਆਨ ਹੈ, ਖਰੀਦਦਾ ਚੀਜ਼ ਨੂੰ ਉਹੀ ਹੈ ਜਿਹਨੂੰ ਗਿਆਨ ਹੈ, ਮੰਨਦਾ ਉਹੀ ਹੈ ਉਸ ਵਸਤੂ ਨੂੰ ਜਿਹਨੂੰ ਗਿਆਨ ਹੈ। ਸਾਨੂੰ ਕਿਸੇ ਚੀਜ਼ ਦਾ ਗਿਆਨ ਨਾ ਹੋਵੇ, ਅਸੀਂ ਉਹ ਚੀਜ਼ ਖਰੀਦਦੇ ਨੇ। ਅਸੀਂ ਕਹਿੰਦੇ ਆਹ ਕੀ ਹੈ ਭਾਈ, ਦੁਕਾਨ 'ਤੇ ਜਾ ਕੇ ਇਹ ਕੀ ਚੀਜ਼ ਹੈ, ਕਿਸ ਕੰਮ ਆਉਂਦੀ ਹੈ। ਉਹ ਦੱਸਦਾ ਵੀ ਇਹ ਚੀਜ਼ ਦੇ ਇੰਨੇ ਫਾਇਦੇ ਨੇ, ਅਤੇ ਅਸੀਂ ਕਹਿੰਦੇ ਸਾਨੂੰ ਦੇ ਦੇ। ਉਹਨੇ ਸਾਨੂੰ ਗਿਆਨ ਦੇ ਦਿੱਤਾ, ਉਸ ਚੀਜ਼ ਦੇ ਬਾਰੇ ਦੱਸ ਦਿੱਤਾ ਵੀ ਇਹਦਾ ਇਹ ਫਾਇਦਾ ਹੈ। ਪਰਮਾਤਮਾ ਅੱਜ ਤੱਕ ਕਿਸੇ ਨੇ ਵੇਖਿਆ ਨਹੀਂ, ਅਤੇ ਲੋਕਾਂ ਨੂੰ ਯਕੀਨ ਨਹੀਂ ਸੀ ਹੁੰਦਾ। ਅਤੇ ਸਾਡੇ ਗੁਰੂ ਨਾਨਕ ਸਾਹਿਬ ਜੀ ਨੇ, ਜਾਂ ਹੋਰ ਵੀ ਜਿਹੜੇ ਜਿੰਨੇ ਵੀ ਗ੍ਰੰਥ ਹਨ, ਉਹਨਾਂ ਪੀਰਾਂ ਪੈਗੰਬਰਾਂ ਨੇ ਆ ਕੇ ਉਸ ਰੱਬ ਦਾ ਸੁਨੇਹਾ ਦਿੱਤਾ। ਕਹਿੰਦੇ ਵੀ ਆਹ ਹੈ ਰੱਬ। ਕਿਸੇ ਨੇ ਕਿਸੇ ਰੂਪ ਦੇ ਵਿੱਚ ਸਾਨੂੰ ਦੱਸਿਆ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ ਮੂਲ ਮੰਤਰ, ਜਪ ਆਦਿ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਸਾਨੂੰ ਇਸ ਰੂਪ ਵਿੱਚ ਦੱਸ ਦਿੱਤਾ, ਪਰ ਦੱਸਿਆ ਕਿਹਨੇ? ਸਾਡੇ ਗੁਰੂ ਨੇ। ਸਾਡਾ ਗੁਰੂ ਕੌਣ? ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਾਨੂੰ ਉਹਨਾਂ ਨੇ ਦੱਸਿਆ, ਅਤੇ ਇਸ ਲਈ ਸਾਨੂੰ ਮੰਨਣਾ ਚਾਹੀਦਾ। ਮੰਨਣਾ ਪੈਣਾ ਨਹੀਂ, ਇੱਕ ਮੰਨਣਾ ਪੈਣਾ ਹੁੰਦਾ, ਉਹ ਤੇ ਵੀ ਮਰਜ਼ੀ ਤੋਂ ਬਗੈਰ ਵੀ ਹੋ ਜਾਂਦਾ। ਇਹ ਸਾਨੂੰ ਬਿਲਕੁਲ ਸਹੀ ਦੱਸਿਆ, ਸਾਨੂੰ ਮੰਨਣਾ ਚਾਹੀਦਾ, ਮੰਨਣਾ ਪੈਣਾ ਨਹੀਂ, ਮਜਬੂਰੀ ਨਹੀਂ ਹੈ। ਸਾਨੂੰ ਮੰਨਣਾ ਚਾਹੀਦਾ ਜੋ ਗੁਰੂ ਸਾਹਿਬ ਨੇ ਸਾਨੂੰ ਦੱਸ ਦਿੱਤਾ। ਇਸ ਕਰਕੇ ਸਾਡੇ ਗੁਰੂਆਂ ਨੇ ਹੀ ਸਾਨੂੰ ਅਸਲੀ ਗਿਆਨ ਦਿੱਤਾ। ਉਸ ਗਿਆਨ ਨੂੰ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ। ਜਿਹੜੇ ਗਿਆਨ ਨੂੰ ਅਪਣਾ ਲੈਂਦੇ ਨੇ, ਉਹ ਆਪਣੇ ਜੀਵਨ ਦੇ ਵਿੱਚ ਸਫਲ ਹੋ ਜਾਂਦੇ ਨੇ, ਅਤੇ ਉਹ ਸਦਾ ਲਈ ਅਮਰ ਹੋ ਜਾਂਦੇ ਨੇ। ਉਹ ਆਪ ਵੀ ਤਰ ਜਾਂਦੇ ਨੇ, ਅਤੇ ਜਿਹੜੇ ਉਹਨਾਂ ਦੇ ਨਾਲ ਜੁੜਦੇ ਨੇ ਉਹਨਾਂ ਨੂੰ ਵੀ ਉਹ ਤਾਰ ਦਿੰਦੇ ਨੇ। ਜਿਹੜਾ ਅਸਲੀ ਗਿਆਨੀ ਹੈ ਉਹ ਗਿਆਨ ਨੂੰ ਵੰਡ ਦਿੰਦਾ ਹੈ।
ਜਿਹੜਾ ਅਸਲੀ ਗਿਆਨੀ ਹੈ ਉਹ ਨੁਕਤੇ ਨੂੰ ਸ਼ੇਅਰ ਕਰਦਾ ਹੈ। ਜਿਹੜਾ ਅਸਲੀ ਵਿਦਵਾਨ ਹੈ ਉਹ ਦੂਸਰੇ ਨੂੰ ਬਿਲਕੁਲ ਉਸ ਚੀਜ਼ ਤੋਂ ਪੂਰਾ ਜਾਣੂ ਕਰਾਉਂਦਾ ਹੈ। ਉਹ ਕੋਈ ਵੀ ਚੀਜ਼ ਲੁਕਾ ਕੇ ਛੁਪਾ ਕੇ ਨਹੀਂ ਰੱਖਦਾ, ਉਹ ਭਲਾ ਕਰਦਾ ਉਸ ਗਿਆਨ ਦੇ ਨਾਲ। ਗਿਆਨ ਹੈ ਹੀ ਭਲੇ ਦੇ ਲਈ। ਸੋ ਇਸ ਲਈ ਸਾਡੇ ਸਤਿਗੁਰੂ ਜੀ ਉਸ ਗਿਆਨ ਰੂਪੀ ਪੌੜੇ ਜਾਂ ਮੰਜ਼ਿਲ ਤੱਕ ਪੁੱਜਣ ਦੇ ਲਈ ਗੁਰੂ ਸਾਹਿਬ ਜੀ ਸਾਨੂੰ ਕੀ ਦੱਸਦੇ ਪਏ ਨੇ? ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਿਟਾਵੇ ਛੁਟਕੈ ਦੁਰਮਤ ਆਪਣੀ ਧਾਰੀ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਇਨਸਾਨ ਆਪਣੇ ਅੰਦਰੋਂ ਗੁਰੂ ਦੇ ਉਪਦੇਸ਼ ਦੁਆਰਾ ਕਾਮ ਕ੍ਰੋਧ ਲੋਭ ਮੋਹ ਮਿਟਾਵੇ, ਜਿਹੜਾ ਇਹਨਾਂ ਚੀਜ਼ਾਂ ਨੂੰ ਮਿਟਾ ਦੇਵੇਗਾ। ਮਹਾਰਾਜ ਜੀ ਕਹਿੰਦੇ ਪੈਦਾ ਵੀ ਮਨੁੱਖ ਇਹਨਾਂ ਚੀਜ਼ਾਂ ਨੂੰ ਆਪ ਹੀ ਆਪਣੇ ਅੰਦਰੋਂ ਆਪ ਹੀ ਪੈਦਾ ਕਰਦਾ ਅਤੇ ਆਪ ਹੀ ਇਸ ਨੂੰ ਮਿਟਾਉਂਦਾ। ਧਿਆਨ ਦੇਣਾ, ਬਲੈਕ ਬੋਰਡ ਦੇ ਉੱਪਰ ਮਾਰਕੇ ਦੇ ਨਾਲ ਆਪ ਹੀ ਟੀਚਰ ਲਿਖਦਾ, ਚਾਕ ਦੇ ਨਾਲ ਆਪ ਹੀ ਲਿਖਦਾ, ਫਾਰਮੂਲਾ ਆਪ ਹੀ ਲਿਖਦਾ, ਆਪ ਮਿਟਾ ਕੇ ਦੂਜਾ ਹੋਰ ਲਿਖ ਦਿੰਦਾ। ਆਪ ਹੀ ਲਿਖਦਾ, ਆਪ ਹੀ ਮਿਟਾਉਂਦਾ ਹੈ। ਮਨੁੱਖ ਦੇ ਵਿੱਚ ਜਿਹੜੀਆਂ ਮਾੜੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ, ਮਨ ਨੂੰ ਪੱਕਾ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਆਪ ਹੀ ਆਪਣੇ ਆਪ ਮਨੁੱਖ ਉਸ ਨੂੰ ਮਾਰੇਗਾ। ਕਾਮ ਕ੍ਰੋਧ ਲੋਭ ਮੋਹ ਮਿਟਾਵੇ ਛੁਟਕੇ ਦੁਰਮਤ ਆਪਣੀ ਧਾਰੀ। ਜਿਹੜੀ ਭੈੜੀ ਮੱਤ ਹੈ ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਮਹਾਰਾਜ ਜੀ ਕਹਿੰਦੇ ਆਪਣੇ ਅੰਦਰੋਂ ਹੀ ਇਹਦੇ ਹਥਿਆਰ ਇੱਕ ਉੱਠੇਗਾ। ਉਹ ਮਨ ਹਥਿਆਰ ਚੁੱਕੇਗਾ। ਮਨ ਸਮਝਾਵਨ ਕਾਰਨ ਕਛੁਕ ਪੜ੍ਹੀਏ ਗਿਆਨ। ਜਿਸ ਮਨ ਦੇ ਵਿੱਚੋਂ ਇਹ ਵਿਕਾਰ ਪੈਦਾ ਹੋਏ ਉਸ ਮਨ ਨੇ ਹੀ ਇਹਨਾਂ ਨੂੰ ਮਾਰਨਾ। ਧਿਆਨ ਦੇਣਾ, ਜਿਸ ਮਨ ਦੇ ਵਿੱਚੋਂ ਵਿਕਾਰ ਪੈਦਾ ਹੋਏ ਉਸ ਮਨ ਨੇ ਹੀ ਇਹਨਾਂ ਨੂੰ ਮਾਰਨਾ। ਉਸ ਮਨ ਨੇ ਹੀ ਮਾਰਨਾ, ਉਸ ਮਨ ਨੇ ਹੀ ਮਾਰਨਾ। ਦੇਖੋ ਜਿਹੜੀ ਸਾਡੇ ਸਰੀਰ 'ਤੇ ਮੈਲ ਜੰਮਦੀ ਹੈ, ਕੱਪੜਿਆਂ ਨਾਲ 'ਤੇ ਮੈਲ ਜੰਮਦੀ ਹੈ, ਉਹ ਨਮੀ ਰਾਹੀਂ ਆਉਂਦੀ ਹੈ, ਹਵਾ ਰਾਹੀਂ, ਨਮੀ ਰਾਹੀਂ, ਮਿੱਟੀ ਰਾਹੀਂ। ਅਤੇ ਉਸ ਨੂੰ ਫਿਰ ਧੋਣ ਦੇ ਲਈ ਫਿਰ ਪਾਣੀ ਕੰਮ ਆਉਂਦਾ, ਫਿਰ ਨਮੀ ਕੰਮ ਆਉਂਦੀ ਹੈ, ਛਿੱਲ, ਉਹਦੇ ਨਾਲ ਹੀ ਉਸ ਨੂੰ ਧੋਇਆ ਜਾਂਦਾ। ਇਸੇ ਤਰ੍ਹਾਂ ਮਨ ਦੇ ਵਿੱਚੋਂ ਮਾੜੀਆਂ ਚੀਜ਼ਾਂ ਪੈਦਾ ਜਿਹਦੇ ਹੋ ਚੁੱਕੀਆਂ ਨੇ, ਹੁੰਦੀਆਂ ਹਨ, ਪਲ ਪਲ ਹੁੰਦੀਆਂ ਹਨ, ਉਹ ਮਨ ਨੇ ਹੀ ਉਹਨਾਂ ਨੂੰ ਮਾਰਨਾ ਹੈ। ਪਰ ਮਾਰਨ ਦੇ ਲਈ ਗਿਆਨ ਚਾਹੀਦਾ ਹੈ, ਮਾਰਨ ਦੇ ਲਈ ਨਾਮ ਚਾਹੀਦਾ ਹੈ, ਮਾਰਨ ਲਈ ਗੁਰੂ ਦੀ ਬਖਸ਼ਿਸ਼ ਚਾਹੀਦੀ ਹੈ। ਠੀਕ ਹੈ ਜੀ। ਦੇਖੋ ਤਲਵਾਰ ਤਾਂ ਘਰ ਦੇ ਵਿੱਚ ਰੱਖੀ ਹੁੰਦੀ ਹੈ, ਪਰ ਤਲਵਾਰ ਚਲਾਉਣੀ ਵੀ ਆਉਣੀ ਚਾਹੀਦੀ ਹੈ। ਨਹੀਂ ਤਾਂ ਇਹ ਨਾ ਹੋਵੇ ਵੀ ਉਹੀ ਤਲਵਾਰ ਖੋਹ ਕੇ ਅਗਲਾ ਹੀ ਸਾਡੇ 'ਤੇ ਚਲਾ ਦੇਵੇ। ਇੱਦਾਂ ਵੀ ਹੋ ਸਕਦਾ ਜੇ ਤਲਵਾਰ ਚਲਾਉਣੀ ਨਾ ਆਉਂਦੀ ਹੋਵੇ, ਤਲਵਾਰ ਰੱਖਣ ਦਾ ਕੀ ਫਾਇਦਾ? ਹਥਿਆਰ ਨੂੰ ਵਰਤਣਾ ਨਾ ਆਉਂਦਾ ਹੋਵੇ, ਉਸ ਦਾ ਕੀ ਫਾਇਦਾ? ਅਤੇ ਜੇ ਮਨ ਨੂੰ ਦੂਸਰੇ ਪ੍ਰਕਾਰ ਵਰਤਣ ਦਾ ਨਾ ਤਰੀਕਾ, ਇਹ ਫਿਰ ਗੱਲ ਉੱਥੇ ਆ ਗਈ ਗਿਆਨ ਰਾਹੀਂ, ਗੁਰੂ ਰਾਹੀਂ। ਮਨ ਨੂੰ ਡੰਡੇ ਦੇ ਰੂਪ ਦੇ ਵਿੱਚ ਵਰਤ ਕੇ ਕਿਵੇਂ ਵਿਕਾਰਾਂ ਨੂੰ ਮਾਰ ਸੁੱਟਣਾ ਹੈ, ਇਹ ਸਾਨੂੰ ਗੁਰੂ ਸਾਹਿਬ ਕਹਿੰਦੇ ਤੂੰ ਆਪਣੇ ਆਪ ਹੀ ਅੰਦਰੋਂ ਮਾਰੇਗਾ। ਜਦੋਂ ਅਸੀਂ ਕਿਸੇ ਨੂੰ ਹੌਸਲਾ ਦੇਈਦਾ, ਉਹ ਅੰਦਰੋਂ ਹੀ ਹੌਸਲਾ ਮਿਲਦਾ ਨਾ, ਕਮਜ਼ੋਰੀ ਵੀ ਅੰਦਰੋਂ ਮਿਲਦੀ ਹੈ। ਮਨ ਕਿਸੇ ਦਾ ਜਦੋਂ ਡਿੱਗਦਾ ਡੋਲਦਾ, ਉਹ ਵੀ ਅੰਦਰੋਂ ਡਿੱਗਦਾ ਡੋਲਦਾ। ਅਤੇ ਜਦੋਂ ਕੋਈ ਹਮਦਰਦੀ ਦਿੰਦਾ, ਕੋਈ ਆਸ ਦੀ ਕਿਰਨ ਜਗਾਉਂਦਾ, ਅਤੇ ਅੰਦਰੋਂ ਹੀ ਮਨ ਪੱਕਾ ਵੀ ਅੰਦਰੋਂ ਹੀ ਹੁੰਦਾ। ਸੋ ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੀਆਂ ਇਹ ਮਾੜੀਆਂ ਚੀਜ਼ਾਂ ਨੇ, ਦੁਰਮਤ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇਹ ਭੈੜੀ ਮੱਤ ਹੈ, ਇਹ ਤੇਰੇ ਅੰਦਰੋਂ ਹੀ ਪੈਦਾ ਹੋਈ ਹੈ। ਅਤੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਤੈਨੂੰ ਐਸੀ ਜੁਗਤੀ ਦੇਵੇਗਾ, ਤੂੰ ਅੰਦਰੋਂ ਆਪ ਹੀ ਇਸ ਨੂੰ ਮਾਰ ਮੁਕਾਏਗਾ। ਮਨ ਕੁੱਟੇ ਤੋਂ ਜਮ ਤੇ ਛੁੱਟੈ। ਮਨ ਨੂੰ ਕੁੱਟਣ ਦਾ ਤਰੀਕਾ ਗੁਰੂ ਦੇ ਕੋਲ ਹੈ। ਗੁਰੂ ਮਨ ਨੂੰ ਕੁੱਟਣ ਦਾ ਤਰੀਕਾ ਦੱਸਦਾ ਹੈ, ਗੁਰੂ ਮਨ ਨੂੰ ਸਮਝਾਉਣ ਦਾ ਤਰੀਕਾ ਦੱਸਦਾ। ਹੋਏ ਨਿਮਾਣੀ ਸੇਵ ਕਮਾਵੇ ਤਾਂ ਪ੍ਰੀਤਮ ਹੋਵੇ ਮਨ ਪਿਆਰੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਦੂਸਰੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਹੋਏ ਨਿਮਾਣੀ ਸੇਵ ਕਮਾਵੇ ਤਾਂ ਪ੍ਰੀਤਮ ਹੋਵੇ ਮਨ ਪਿਆਰੀ। ਸੋ ਜੇ ਇਹ ਚੀਜ਼ਾਂ ਨੂੰ ਤੂੰ ਵਿਕਾਰਾਂ ਨੂੰ ਮਹਾਰਾਜ ਜੀ ਕਹਿੰਦੇ ਮਾਰਨਾ ਚਾਹੁੰਦਾ,
तो फिर तू जीव इस्तरी हे जीव निमाना हो जा। जिहड़ी पहले गल की है ना महाराज जी ने, दुरमत ते काम क्रोध लोभ मोह मिटावे, ये मिटने किवें ने? महाराज जी कहते इन्हों मिटाउण का तरीका यह है भी तू निमाना हो जा, निमाना हो जा। देखो साडे मनुख दे अंदर कोई भी बीमारी का सैल उदों वधदा है जदों उहदे ओपोजिट कोई चीज़ उन्हों मिलती है, तो जदों उस सैल नूं लड़न वाली कोई एंटीबायोटिक मिल जाती है तो वह सैल मरने शुरू हो जाते हैं। ध्यान देना, कोई शुगर का मरीज़ है, कोई कैंसर का मरीज़ है, या कोई होर है, उन्हां सैल्लां नूं जिहड़े ताकत जिहड़ी बाहरली चीज़ दिंदी, जे वो असीं खानी ज़्यादा शुरू कर दी है तो सैल होर वधणगे। पर जे उन्हां नूं मारन वाली कोई एंटीबायोटिक जां होर आयुर्वैदिक तरीके दे नाल कोई चीज़ उन्होंने दे दी है, वो माड़े सैल्लां नूं मारना शुरू कर देगी, उन्होंने आराम मिलेगा। सो जिवें गुरु साहब जी ने पहली पंक्ति में कहा भी जिहड़ी दुरमत है, काम क्रोध लोभ अहंकार है, ये अंदरों ही पैदा होंदे ने ते अंदरों ही मारे जाते हैं। फिर तरीका गुरु साहब जी कहते मैं दसदा, तरीका असीं दसदे हां। मनुख दे अंदरों वासना मिट जाए, परतरै रूप देखना मिट जाए, लोभ मिट जाए, अहंकार मिट जाए, ये आसान नहीं है साढ़े सारियां दे लई, पर आसान तां बन सकता है। महाराज जी अगली पंक्ति में ही दस रहे हैं, कहते होए निमानी सेव कमावै, कहते निमाना हो जा, डिग पै ढह पै, देखी अंदरों सब कुछ खत्म हो जाएगा। ध्यान देना, मनुख दे अंदर जिहड़ा खास करके अहंकार पैदा हुंदा है, वो निमाणेपन नूं जिहड़ा वो नहीं हुंदा मार के अंदरों पैदा हुंदा। जदों किसी दे अंदर निमाणापन आ जाए तो वो एकदम अहंकार दी मृत्यु है, मौत है, तो सच दी जित है। ये एक हथियार है। निमाणापन होए निमाणी ढह पाओ, हर जियो निमाणिया तो मान। सो गुरु साहब जी कहते निमाणा हो के गुरु दे अगे बेनती करनी शुरू कर दे, निमाणा हो के गुरु दे अगे सेवा करनी शुरू हो गए कर दे, होए निमाणी सेवक मावै तां प्रीतम होवे मन प्यारी। तो वो अपने प्रीतम नूं जां अपने गुरु नूं जां अपने परमात्मा नूं वो जीव इस्तरी जीव आत्मा जां मनुख प्यारा लगन लग जाएगा। तो जिहड़ा कोई प्यारा हुंदा, किसी प्यारे दा प्यारा हुंदा, वो उसनूं कदी भी तकलीफ दुख नहीं होण दिंदा। जो हर का प्यारा सो सबना का प्यारा। जिहड़ा गुरु दा प्यारा बन जांदा है, गुरु उसनूं बिल्कुल जल नहीं दिंदा उस भट्ठी विच, किहड़ी विच? काम क्रोध लोभ मोह अहंकार। जे गुरु दा दास हो के निमाणा हो के भी जलना पिया तो फिर की सब कुछ किया। जलना ना पवे, तड़फना ना पवे। गुरु साहब जी कहते इहदे लई निमाणा हो जा, निमाणा हो के तू सेवक मा, निमाणा हो के तू गुरु की खुशी प्राप्त कर। तो ये चीज़ों नूं मारन की जरूरत नहीं, अपने आप ये खत्म हो जाणगियां। इन्हों गलों फड़न की जरूरत नहीं, जिमें इंजैक्शन लगता तो आपे ही सब कुछ सही हो जाता। जो ब्लड में मिक्स होंगे ना, अपने आप ही माड़े सैल जे वो टुटने भजने खत्म मरने शुरू हो जाते हैं, बंदा ठीक हो जाता। सो अंदरों विकारां दा खत्म होना, अंदरों मन का अहंकार चला जाना, गुरु साहब कहते ने इहदे लई निमाणा हो जा। ये साडे इतिहास विच एक नहीं सैकड़े हज़ारां उदाहरणां हन जिन्हां ने निमाणापन अपने अंदर लिआंदा ते उन्हां नूं गुरु साहब ने बहुत कुछ दे दिता। असी हमेशा उदाहरण लईदी है गुरु अर्जन देव पातशाह जी ते पृथ्वी चंद दी। पृथ्वी चंद जिहड़ा है वो भावें वड्डा पुत्र है, पर उहदे विच निमाणापन नहीं है। बाणी वो भी उच्चारण कर रहा है, उस समय रचना वो भी उच्चारण कर रहा भी मैं भी बराबरी कर सका, पर वो गल नहीं बनती।
ਤੇ ਸੰਗਤ ਦੇ ਵਿੱਚ ਉਸਨੇ ਆਪਣਾ ਰਸੂਖ, ਆਪਣਾ ਪ੍ਰਭਾਵ ਵੀ ਬਣਾਇਆ ਹੋਇਆ। ਉਹ ਦਸਵੰਧ ਵੀ ਉਹਨਾਂ ਕੋਲ ਧੱਕੇ ਨਾਲ ਇਕੱਠਾ ਕਰ ਲੈਂਦਾ, ਪਰ ਇਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ। ਉਹਦੇ ਅੰਦਰ ਉਹ ਨਿਮਾਣਾਪਨ ਨਹੀਂ ਹੈ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਨਿਮਾਣਾਪਨ ਹੈ। ਤੇ ਉਸ ਨੂੰ ਪਰਮਾਤਮਾ ਤੇ ਗੁਰੂ ਜਿਹੜਾ ਬਹੁਤ ਚੰਗੀ ਤਰ੍ਹਾਂ ਵੇਖਦਾ ਹੈ, ਮਹਿਸੂਸ ਕਰਦਾ ਹੈ, ਬਹੁਤ ਚੰਗੀ ਤਰ੍ਹਾਂ। ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ ਕਈ ਵਾਰ ਸ਼ਿਕਾਇਤ ਕਰਦੀ ਹੈ ਗੁਰੂ ਸਾਹਿਬ ਨੂੰ ਆਪਣੀ ਜਠਾਣੀ ਦੀ, ਵੀ ਮਹਾਰਾਜ ਜੀ ਕਰਮੋ ਜਿਹੜੀ ਹੈ ਉਹ ਮੈਨੂੰ ਗੱਲਾਂ ਗੱਲਾਂ ਵਿੱਚ ਤਾਨੇ ਮਾਰ ਦਿੰਦੀ ਹੈ। ਸਤਿਗੁਰੂ ਜੀ ਫਿਰ ਵੀ ਸਮਝਾਉਂਦੇ ਨੇ, ਕਹਿੰਦੇ ਚੁੱਪ, ਇੱਕ ਚੁੱਪ 100 ਸੁੱਖ ਕਹਿੰਦੇ ਨੇ। ਮੂੰਹ ਦੇ ਵਿੱਚੋਂ ਗੱਲ ਨਿਕਲੀ ਨਹੀਂ ਤੇ ਗੱਲ ਕਿਧਰੇ ਦੀ ਕਿਧਰੇ ਲੈ ਜਾਂਦੀ। ਜੇ ਬੰਦਾ ਚੁੱਪ ਕਰ ਗਿਆ ਉਹ ਫਤਿਹ ਪ੍ਰਾਪਤ ਕਰ ਗਿਆ। ਇਹ ਸਾਨੂੰ ਬਾਣੀ ਸਿਖਾਉਂਦੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਾਤਾ ਗੰਗਾ ਜੀ ਨੂੰ ਹਮੇਸ਼ਾ ਸਮਝਾਉਂਦੇ ਹੁੰਦੇ ਸਨ, ਤੂੰ ਘਬਰਾ ਨਾ, ਦੇਖੀ ਜਾਈ ਆਉਣ ਵਾਲੇ ਸਮੇਂ ਦੇ ਵਿੱਚ ਬਸ ਨਿਮਰਤਾ ਰੱਖ, ਨਿਮਾਣਾਪਣ ਰੱਖ। ਜਿਹੜਾ ਜੋ ਬੀਜ ਰਿਹਾ ਉਸ ਨੂੰ ਮਿਲ ਜਾਣਾ, ਤੈਨੂੰ ਆਪਣੇ ਆਪ ਸਭ ਕੁਝ ਮਿਲ ਜਾਣਾ। ਤੂੰ ਨਾ ਘਬਰਾ, ਕੋਈ ਗੱਲ ਨਹੀਂ। ਜੇ ਕੋਈ ਮਾੜਾ ਕਹਿੰਦਾ ਤੇ ਉਹਨੂੰ ਕਹਿਣ ਦੇ, ਜੇ ਕੋਈ ਨਿੰਦਿਆ ਕਰਦਾ ਤੇ ਉਹਨੂੰ ਕਰਨ ਦੇ, ਜੇ ਕੋਈ ਵਿਰੋਧਤਾ ਕਰਦਾ ਉਹਨੂੰ ਕਰਨ ਦੇ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਨਾਵਲ ਹੈ, ਉਹ ਪੜ੍ਹਿਆ ਮੈਂ, ਬਹੁਤ ਪਿਆਰਾ, ਸ਼ਾਇਦ ਹਰਨਾਮ ਦਾਸ ਸਹਿਰਾਈ ਦਾ ਹੈ, ਮਿੱਠ ਬੋਲੜਾ ਜੀ ਉਹਦਾ ਸਰਲੇਖ ਹੈ, ਮਿੱਠ ਬੋਲੜਾ। ਸੋ ਉਹਦੇ ਵਿੱਚ ਇੰਨੀ ਬਰੀਕੀ ਦੇ ਨਾਲ, ਇੰਨੀ ਤਫਸੀਲ ਦੇ ਨਾਲ ਲਿਖਿਆ ਵੀ ਜੇ ਇੱਕ ਵਾਰੀ ਫੜ ਲਓ ਉਸ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ। ਮਿੱਠ ਬੋਲੜਾ ਜੀ ਉਹਦੇ ਵਿੱਚ ਸਵਾਲ ਜਵਾਬ ਨੇ। ਕਰਮੋਂ ਦੇ ਗੰਗਾ ਮਾਤਾ ਨੂੰ, ਗੰਗਾ ਮਾਤਾ ਦੇ ਕਰਮਾਂ ਨੂੰ, ਗੁਰੂ ਅਰਜਨ ਦੇਵ ਜੀ ਦੇ ਆਪਣੀ ਭਰਜਾਈ ਨੂੰ, ਭਰਜਾਈ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਹਰ ਇੱਕ ਦੇ, ਚੰਦੂ ਦੇਵੀ ਜਾਂ ਹੋਰ ਸਾਰਿਆਂ ਦੇ। ਤੇ ਉਹਦੇ ਵਿੱਚ ਪੜ੍ਹਨ ਨਾਲ, ਡੀਪਲੀ ਪੜ੍ਹਨ ਦੇ ਨਾਲ ਬਹੁਤ ਕੁਝ ਪਤਾ ਲੱਗਦਾ ਵੀ ਜਿਹੜਾ ਨਿਮਾਣਾਪਨ ਹੈ, ਜਿਹੜੀ ਨਿਮਰਤਾ ਹੈ, ਉਹ ਬਹੁਤ ਉੱਚੀ ਲੈ ਕੇ ਜਾ ਸਕਦੀ। ਇਹ ਗੁਰੂ ਸਾਹਿਬ ਨੇ ਲਿਖ ਦਿੱਤਾ, ਆਪਸ ਕੋ ਜੋ ਜਾਣੇ ਨਿਜ ਸੋ ਗਣੀਏ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਢਾਲ ਲੈਂਦਾ ਹੈ, ਤੁਸੀਂ ਬੜੀ ਵਾਰ ਸੁਣਿਆ, ਜਿਹੜੀ ਧਾਤ ਢਲ ਜਾਂਦੀ ਹੈ ਉਹਦਾ ਰੂਪ ਬਣ ਜਾਂਦਾ ਹੈ। ਤੇ ਜਿਹੜਾ ਸਰੀਆ ਢਲਦਾ ਨਹੀਂ, ਲੋਕੀ ਉਹਨੂੰ ਵੱਢ ਕੇ ਟੋਟੇ ਕਰਦੇ ਨੇ। ਕਿੱਥੇ ਪਾਉਂਦੇ ਨੇ? ਕੋਈ ਬੀਮ ਬਣਾ ਦਿੰਦਾ ਨਿੱਕੇ ਨਿੱਕੇ ਕਰਕੇ, ਕੋਈ ਦਰਵਾਜ਼ਿਆਂ ਦੇ ਵਿੱਚ ਜੋੜ ਦਿੰਦਾ, ਕੋਈ ਕਿਧਰੇ ਗੇਟਾਂ ਵਿੱਚ ਲਾ ਦਿੰਦਾ। ਤੇ ਜਿਹੜਾ ਢਲ ਜਾਂਦਾ ਉਹ ਇੱਕ ਸੁੰਦਰ ਰੂਪ ਬਣ ਜਾਂਦਾ। ਉਹਦਾ ਫੁੱਲ ਬਣਾ ਲਓ ਤੁਸੀਂ, ਲੋਹੇ ਦਾ ਬਣ ਜਾਂਦਾ। ਉਹਦੀ ਕੋਈ ਵੀ ਸ਼ੇਪ ਬਣਾ ਲਓ, ਬਣ ਜਾਂਦਾ। ਕਿਉਂ ਬਣਦਾ? ਕਿਉਂਕਿ ਉਹ ਢਲਿਆ। ਜਿਹੜਾ ਢਲ ਗਿਆ, ਜਿਹੜਾ ਢਹਿ ਗਿਆ, ਜਿਹੜਾ ਨਿਮਰਤਾ ਵਿੱਚ ਆ ਗਿਆ, ਉਹ ਬਾਬੇ ਨਾਨਕ ਕੋ ਸਭ ਕੁਝ ਲੈ ਗਿਆ। ਬਾਣੀ ਦੀ ਪੰਕਤੀ ਸਾਨੂੰ ਦੱਸ ਰਹੀ ਹੈ ਵੀ ਜੇ ਤੂੰ ਅੰਦਰੋਂ ਉਹ ਮਾੜੀਆਂ ਚੀਜ਼ਾਂ ਨੂੰ ਮਾਰਨਾ ਹੋਏ, ਨਿਮਾਣੀ ਸੇਵ ਕਮਾਵੈ ਤਾਂ ਪ੍ਰੀਤਮ ਹੋਵੇ ਮਨ ਪਿਆਰੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਿਮਰਤਾ ਦੇ ਵਿੱਚ ਰਹਿ ਕੇ ਇੰਨਾ ਕੁਝ ਪ੍ਰਾਪਤ ਕਰ ਲਿਆ। ਸਾਰਿਆਂ ਦੇ ਪ੍ਰਿਯ ਬਣ ਗਏ, ਸਾਰਿਆਂ ਦੇ ਪਿਆਰੇ ਬਣ ਗਏ। ਕਿਉਂ ਬਣ ਗਏ? ਉਹਨਾਂ ਦੀ ਖਾਮੋਸ਼ੀ, ਉਹਨਾਂ ਦਾ ਘੱਟ ਬੋਲਣਾ, ਉਹਨਾਂ ਦੀ ਨਿਮਰਤਾ, ਉਹਨਾਂ ਦਾ ਭੋਲਾਪਨ ਉਹਨਾਂ ਨੂੰ ਤਖਤ ਵੱਲ ਲੈ ਕੇ ਜਾ ਰਿਹਾ। ਉਹਨਾਂ ਨੂੰ ਤਖਤ ਵੱਲ ਲੈ ਕੇ ਜਾ ਰਿਹਾ। ਕਿਹੜਾ ਤਖਤ? ਆਹ ਬੜੀ ਪਿਆਰੀ ਬਣਦੀ ਹੈ। ਤਤ ਵਿਚਾਰ ਯਹ ਮਥੁਰਾ ਭੱਟ ਜੀ ਕਹਿੰਦੇ ਨੇ, ਤਤ ਵਿਚਾਰੀ ਇਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਤਾਰੀ ਗਿਆ। ਗੁਰੂ ਅਰਜਨ ਦੇਵ ਜੀ ਆਪ ਤੇ ਤਖਤ ਤੇ ਬੈਠੇ, ਉਹਨਾਂ ਨੂੰ ਜਿਹੜਾ ਦੀਦਾਰ ਕਰਦਾ, ਉਹਨਾਂ ਦਾ ਜਿਹੜਾ ਨਾਮ ਲੈਂਦਾ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਅਰਜਨ ਦੇਵ ਜੀ ਨੇ ਨਾ ਆਪਣੇ ਜੀਵਨ ਦੇ ਵਿੱਚ ਇੱਕ ਵੀ ਬਚਨ ਮਾੜਾ ਨਹੀਂ ਬੋਲਿਆ। ਇਹ ਪੜ੍ਹਿਆ ਮੈਂ, ਇੱਕ ਵੀ ਬਚਨ ਜਿਹੜਾ ਫਿੱਕਾ ਨਹੀਂ ਬੋਲਿਆ। ਔਰ ਬਾਣੀ ਵਿੱਚ ਗੁਰੂ ਸਾਹਿਬ ਨੂੰ ਕਿਹਾ ਜਾਂਦਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਉਹਨਾਂ ਦੀ ਮਿਠਾਸ ਦੇ ਵਿੱਚ ਵੀ ਇੱਕ ਬੜੀ ਵੱਡੀ ਝੋਟ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ
ਜੋ ਉਹ ਮਹਾਰਾਜ ਜੀ ਬੋਲਦੇ ਨੇ ਉਹਨਾਂ ਦੀ ਬੋਲੀ ਦੇ ਵਿੱਚ ਵੀ ਐਸੀ ਚੋਟ ਹੈ ਵੀ ਉਹ ਦੂਸਰੇ ਨੂੰ ਝੁਕਣ ਦੇ ਲਈ ਪਾਤਸ਼ਾਹ ਜੀ ਕਹਿੰਦੇ ਨੇ ਮਜਬੂਰ ਕਰ ਦਿੰਦੇ ਨੇ। ਹੋਏ ਨਿਮਾਣੀ ਸੇਵ ਕਮਾਵੇ ਤਾਂ ਪ੍ਰੀਤਮ ਹੋਵੇ ਮਨ ਪਿਆਰੀ। ਉਹ ਜੀਵ ਇਸਤਰੀ, ਉਹ ਜੀਵ ਆਪਣੇ ਮਾਲਕ ਆਪਣੇ ਪ੍ਰੀਤਮ ਨੂੰ ਪਿਆਰਾ ਲੱਗਦਾ। ਸੁਣ ਸੁੰਦਰ ਸਾਧੂ ਬਚਨ ਉਧਾਰੀ। ਸੋ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਹੇ ਸੁੰਦਰ ਜੀਵ, ਹੇ ਸੁੰਦਰ ਆਤਮਾ, ਹੇ ਸੁੰਦਰ ਜੀਵ ਇਸਤਰੀ, ਸੁਣ ਸੁੰਦਰ ਸਾਧੂ ਬਚਨ ਉਧਾਰੀ। ਤੂੰ ਗੁਰੂ ਦੇ ਬਚਨ ਸੁਣ ਤੇ ਆਪਣੇ ਜੀਵਨ ਦੇ ਵਿੱਚ ਤਰ ਜਾ, ਆਪਣੇ ਜੀਵਨ ਨੂੰ ਬਚਾ ਲੈ। ਦੁਖ ਭੂਖ ਮਿਟੋ ਤੇਰੋ ਸਹਿਸਾ ਸੁਖ ਪਾਵੇ ਤੂੰ ਸੁਖਮਨ ਨਾਰੀ। ਤੇ ਗੁਰੂ ਦੀ ਬਾਣੀ ਦੁਆਰਾ, ਗੁਰੂ ਦੀ ਬਰਕਤ ਦੁਆਰਾ ਤੇਰਾ ਦੁੱਖ ਭੁੱਖ ਮਿਟ ਜਾਏਗੀ, ਆਤਮ ਆਨੰਦ ਮਾਣੇਗੀ। ਚਰਨ ਪਖਾਰ ਕਰੋ ਗੁਰ ਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਚਰਨ ਪਖਾਰ, ਪਖਾਰ ਦਾ ਮਤਲਬ ਧੋ ਕੇ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ। ਮਤਲਬ ਬਾਣੀ ਨੂੰ ਸੁਣਨਾ, ਬਾਣੀ ਨੂੰ ਪੜ੍ਹਨਾ, ਚਰਨ ਧੋਣੇ ਹਨ। ਬਾਣੀ ਨੂੰ ਪੜ੍ਹਨਾ, ਕੀਰਤਨ ਕਥਾ ਬਾਣੀ ਨੂੰ ਸੁਣਨਾ, ਇਹਨੂੰ ਕਹਿੰਦੇ ਨੇ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ। ਗੁਰੂ ਸਾਹਿਬ ਜੀ ਕਹਿੰਦੇ ਨੇ ਚਰਨ ਪਖਾਰ, ਗੁਰੂ ਦੇ ਚਰਨ ਧੋ ਕੇ ਕਰੋ ਗੁਰ ਸੇਵਾ, ਗੁਰ ਦੀ ਸੇਵਾ ਕਰਕੇ ਆਤਮ ਸੁਧ ਬਿਖ ਤਿਆਸ ਨਿਵਾਰੀ। ਤੇ ਜੀਵਨ ਨੂੰ ਮੁਕਤ ਕਰਨ ਵਾਲੀ ਬਾਣੀ ਨੂੰ, ਅੰਦਰੋਂ ਮਾੜੀਆਂ ਚੀਜ਼ਾਂ ਨੂੰ ਮਾਰ ਮਕਾਉਣ ਵਾਲੀ ਬਾਣੀ ਨੂੰ ਤੂੰ ਆਪਣੇ ਅੰਦਰ ਪੈਦਾ ਕਰਕੇ ਅਪਣਾ ਕੇ ਤੇ ਮਾਇਆ ਦੀ ਤ੍ਰਿਸ਼ਨਾ ਨੂੰ ਮਿਟਾ ਸਕਦਾ ਹੈ ਜਾਂ ਸਕਦੀ ਹੈ। ਚਰਨ ਪਖਾਰ ਕਰੋ ਗੁਰ ਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ। ਸੋ ਤੇਰੀ ਤ੍ਰਿਸ਼ਨਾ ਨੂੰ, ਤੇਰੀ ਪਿਆਸ ਨੂੰ, ਮਾਇਆ ਦੇ ਜ਼ਹਿਰ ਨੂੰ ਇਹ ਬਾਣੀ ਜਿਹੜੀ ਹੈ ਮਿਟਾ ਦੇਵੇਗੀ, ਕੱਟ ਦੇਵੇਗੀ, ਖਤਮ ਕਰ ਦੇਵੇਗੀ। ਦਾਸਨ ਕੀ ਹੋਏ ਦਾਸ ਦਾਸਰੀ। ਗੁਰੂ ਸਾਹਿਬ ਜੀ ਕਹਿੰਦੇ ਨੇ ਤੂੰ ਗੁਰੂ ਦੇ ਦਾਸਾਂ ਦਾ ਦਾਸ ਬਣ ਜਾ ਜਾਂ ਤੈਨੂੰ ਬਣਨਾ ਪਏਗਾ। ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੈ ਸ਼ੋਭਾ ਹਰ ਦੁਆਰੀ। ਦਾਸਨ ਦਾਸ ਕੌਣ? ਜਿਹੜੇ ਗੁਰੂ ਮਹਾਰਾਜ ਜੀ ਦੀਆਂ ਬਖਸ਼ੀਆਂ ਰੂਹਾਂ ਹਨ, ਜਿਹੜੇ ਗੁਰੂ ਸਿੱਖ ਹਨ, ਗੁਰੂ ਦੇ ਭੈ ਦੇ ਵਿੱਚ ਰਹਿੰਦੇ ਨੇ, ਗੁਰੂ ਦੇ ਪਿਆਰੇ ਹਨ। ਗੁਰੂ ਮਹਾਰਾਜ ਇੱਕ ਤੇ ਹੁੰਦਾ ਨਾ ਗੁਰੂ ਦਾ ਇੱਕ ਦਾਸ ਬਣਨਾ, ਉਹ ਤੇ ਗੁਰੂ ਦਾ ਦਾਸ ਤੇ ਹੈ ਹੀ ਹੈ। ਇੱਥੇ ਲਿਖਿਆ ਗੁਰੂ ਦੇ ਦਾਸਨ ਦਾ ਦਾਸ ਬਣਨਾ। ਤੂੰ ਗੁਰੂ ਦੇ ਦਾਸਨ ਦਾ ਦਾਸ ਬਣ ਜਾ। ਸਾਹਿਬ ਜੀ ਕਹਿੰਦੇ ਨੇ ਦਾਸਨ ਕੀ ਹੋਏ ਦਾਸ ਦਾਸਰੀ। ਦਾਸਨ ਦੀ ਤੂੰ ਦਾਸਰੀ ਮਤਲਬ ਨਿਮਾਣੀ ਜਿਹੀ ਉਹਦੀ ਬਣ ਜਾ, ਤਾਂ ਪਾਵੇ ਸ਼ੋਭਾ ਹਰ ਦੁਆਰੀ। ਤਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਤੂੰ ਸ਼ੋਭਾ ਹਾਸਲ ਕਰੇਂਗੀ। ਗੁਰੂ ਦੀ ਬਖਸ਼ਿਸ਼ ਸ਼ੋਭਾ ਤੂੰ ਹਾਸਲ ਕਰੇਂਗੀ। ਦਾਸਾਂ ਦਾ ਦਾਸ ਬਣ ਕੇ ਇਹ ਸਭ ਕੁਝ ਤੈਨੂੰ ਪ੍ਰਾਪਤ ਹੋ ਸਕਦਾ। ਇਹੀ ਆਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਹ ਹੀ ਸਾਰੀਆਂ ਧਾਰਮਿਕ ਰਸਨਾ ਕਰਨਾ, ਇਹ ਤੇਰੇ ਵਿਹਾਰ ਵਿੱਚ ਆਉਣਾ ਚਾਹੀਦਾ। ਗੁਰੂ ਦਾ ਉੱਠ ਕੇ ਨਾਮ ਜਪਣਾ, ਇਸ਼ਨਾਨ ਕਰਨਾ, ਬਾਣੀ ਸਰਵਣ ਕਰਨਾ, ਸੇਵਾ ਕਰਨੀ, ਗੁਰੂ 'ਤੇ ਵਿਸ਼ਵਾਸ ਰੱਖਣਾ। ਮਹਾਰਾਜ ਜੀ ਕਹਿੰਦੇ ਇਹ ਤੇਰਾ ਵਿਹਾਰ ਹੋਣਾ ਚਾਹੀਦਾ, ਇਹ ਤੇਰਾ ਆਚਾਰ ਹੋਣਾ ਚਾਹੀਦਾ। ਇਹੀ ਆਚਾਰ ਇਹੀ ਵਿਵਹਾਰ ਆ, ਆਗਿਆ ਮਾਨ ਭਗਤ ਹੋਏ ਤੁਮਾਰੀ। ਤੇ ਮਹਾਰਾਜ ਜੀ ਕਹਿੰਦੇ ਜੇ ਤੇਰਾ ਵਿਹਾਰ ਇਹ ਬਣ ਗਿਆ ਨਾ, ਤੇਰਾ ਸੁਭਾਅ ਇਹ ਬਣ ਗਿਆ, ਤੇ ਤੂੰ ਆਪਣੇ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਵੇਂਗੀ। ਇਹੀ ਆਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ। ਤੂੰ ਭਗਤ ਨਹੀਂ ਬਣ ਜਾਏਗੀ ਜੀਵ ਆਤਮਾ। ਜੇ ਤੇਰਾ ਵਿਹਾਰ ਇੱਦਾਂ ਦਾ ਹੋ ਗਿਆ ਨਾ, ਅੰਮ੍ਰਿਤ ਵੇਲੇ ਉੱਠਣਾ, ਗੁਰੂ ਦੇ ਦਰਸ਼ਨ ਕਰਨੇ, ਗੁਰੂ ਦੀ ਬਾਣੀ ਪੜ੍ਹਨੀ, ਚੰਗਾ ਅੰਦਰ ਖਿਆਲ ਲਿਆਉਣਾ, ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਤੇਰੀ ਭਗਤੀ ਬਣ ਜਾਏਗੀ।
ਤੇ ਤੇਰੀ ਭਗਤੀ ਜਿਹੜੀ ਆ ਉਹ ਪ੍ਰਵਾਨ ਹੋ ਜਾਏਗੀ ਗੁਰੂ ਦੇ ਦਰ 'ਤੇ। ਧਿਆਨ ਦੇਣਾ, ਜੋ ਕੁਛ ਅਸੀਂ ਕਰਦੇ ਹਾਂ, ਜਿਉਂ ਅਸੀਂ ਅੰਮ੍ਰਿਤ ਵੇਲੇ ਦੇ ਉੱਠੇ ਹਾਂ, ਕੋਈ 2 ਵਜੇ, ਕੋਈ 3 ਵਜੇ, ਕੋਈ 4 ਵਜੇ, ਔਰ ਆਪਣੇ ਬ੍ਰੇਕਫਾਸਟ ਤੋਂ ਪਹਿਲਾਂ ਸਭ ਕੁਝ ਕਰਦੇ ਹਾਂ, ਨਿਤਨੇਮ ਕਰਦਾ ਹੈ, ਕੋਈ ਸ਼ਬਦ ਪੜ੍ਹਦਾ, ਕੋਈ ਸ਼ਬਦ ਪੜ੍ਹਦਾ, ਸਾਰਿਆਂ ਨੂੰ ਸਾਰੇ ਸ਼ਬਦ ਮੁਬਾਰਕ। ਜੋ ਵੀ ਕੋਈ ਪੂਜਾ ਕਰਦਾ ਆਪਣੇ ਆਪਣੇ ਧਰਮ ਵਿੱਚ ਉਹਨੂੰ ਮੁਬਾਰਕ। ਤੇ ਉਹ ਜਿਹੜੀ ਚੀਜ਼ ਹੈ ਮਹਾਰਾਜ ਜੀ ਕਹਿੰਦੇ ਤੇਰਾ ਵਿਹਾਰ ਬਣ ਜਾਏ ਤੇ ਉਹ ਤੇਰੀ ਭਗਤੀ ਪ੍ਰਵਾਨ ਹੋ ਜਾਏਗੀ। ਸੋ ਆਖਰੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ, ਜੋ ਇਹ ਮੰਤਰ ਕਮਾਵੇ, ਜਿਹੜਾ ਵੀ ਮਨੁੱਖ ਇਸ ਮੰਤਰ ਨੂੰ ਕਮਾਉਂਦਾ, ਇਸ ਮੰਤਰ ਨੂੰ ਜਪਦਾ। ਕਿਹੜਾ ਮੰਤਰ? ਜੋ ਅਸੀਂ ਗੁਰਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਇਹ ਸਾਰਾ ਹੀ ਗੁਰਬਾਣੀ ਦਾ ਮੰਤਰ ਹੈ। ਵਾਹਿਗੁਰੂ ਦਾ ਨਾਮ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਕੋਈ। ਜਿੰਨੀ ਵੀ ਬਾਣੀ ਹੈ ਇਸ ਨੂੰ ਮੰਤਰ ਕਹਿੰਦੇ ਨੇ, ਗੁਰਮੰਤਰ ਕਹਿੰਦੇ ਨੇ, ਮੂਲ ਮੰਤਰ ਵੀ ਅਸੀਂ ਕਹਿ ਦਿੰਦੇ ਹਾਂ। ਸਾਰੀ ਹੀ ਬਾਣੀ ਇੱਕ ਐਸੀ ਤਾਕਤ ਹੈ, ਐਸਾ ਮੰਤਰ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜੋ ਇਹ ਮੰਤਰ ਕਮਾਵੇ, ਜਿਹੜਾ ਇਸ ਮੰਤਰ ਨੂੰ ਕਮਾਉਂਦਾ ਹੈ, ਜੋ ਇਹ ਮੰਤਰ ਕਮਾਵੇ, ਨਾਨਕ ਸੋ ਭਵਜਲ ਪਾਰ ਉਤਾਰੇ। ਉਹ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ, ਉਹਦਾ ਇੱਥੇ ਆਉਣਾ ਜਿਹੜਾ ਸਫਲ ਹੋ ਜਾਂਦਾ। ਧਿਆਨ ਦੇਣਾ, ਉਹਦਾ ਇਸ ਜੱਗ 'ਤੇ ਆਉਣਾ ਸਫਲ ਹੋ ਜਾਂਦਾ। ਦੇਖੋ ਸਾਧ ਸੰਗਤ ਜੀ, ਜੀਵਨ ਯਾਤਰਾ ਦੇ ਦੌਰਾਨ ਸਾਡੀ ਜ਼ਿੰਦਗੀ ਵਿੱਚ ਕਈ ਉਤਰਾਅ ਚੜ੍ਹਾਅ ਆਉਂਦੇ ਹਨ, ਆਉਂਦੇ ਰਹਿਣਗੇ। ਕਿੰਨੇ ਜੀ ਨਵੇਂ ਸਾਡੀ ਜ਼ਿੰਦਗੀ ਦੇ ਵਿੱਚ ਆਏ, ਕਿੰਨੇ ਜੀ ਸਾਡੇ ਦੇਖਦੇ ਦੇਖਦੇ ਚਲੇ ਗਏ। ਹੋਰ ਕਈ ਰੂਹਾਂ ਆਈ ਜਾ ਰਹੀਆਂ ਨੇ, ਕਈ ਰੂਹਾਂ ਜਾਈ ਜਾ ਰਹੀਆਂ ਨੇ। ਆਖਰੀ ਸਮੇਂ ਤੱਕ ਇਹ ਰੂਹਾਂ ਨੇ ਆਉਂਦਿਆਂ ਵੀ ਰਹਿਣਾ, ਜਾਂਦੀਆਂ ਵੀ ਰਹਿਣਾ। ਇਹ ਸਿਲਸਿਲਾ ਚੱਲੀ ਜਾਣਾ। ਪਰ ਇਹਦੇ ਦੌਰਾਨ ਇੱਦਾਂ ਚਲਦੇ ਹੀ ਮਹਾਰਾਜ ਜੀ ਕਹਿੰਦੇ, ਤੈਨੂੰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਇਸ ਸੰਸਾਰ ਸਾਗਰ ਤੋਂ ਮੈਂ ਪਾਰ ਕਰਨ ਦਾ ਵਾਅਦਾ ਕਰਦਾ। ਕਿਉਂਕਿ ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤਿਆ ਜਾਣਾ। ਇਹ ਸਾਰਾ ਸੰਸਾਰ ਆਵਣ ਜਾਣੇ ਦਾ ਖੇਲ ਬਣਾਇਆ। ਧਿਆਨ ਦੇਣਾ, ਸਾਡੇ ਜਿਹੜੇ ਵੱਡੇ ਵੱਡੇ ਬਜ਼ੁਰਗ ਨੇ ਉਹ ਚਲੇ ਗਏ ਨੇ। ਕੋਈ ਪਹਿਲਾਂ ਚਲਾ ਗਿਆ, ਕੋਈ ਬਾਅਦ ਵਿੱਚ ਚਲਾ ਗਿਆ। ਅਸੀਂ ਜਿੰਨੇ ਵੀ ਬੈਠੇ ਹਾਂ, ਕੋਈ 4 ਦਿਨ ਪਹਿਲਾਂ ਚਲਾ ਗਿਆ, ਕੋਈ ਕੁਝ ਸਾਲ ਬਾਅਦ ਚਲਾ ਗਿਆ। ਚੱਲਣਾ ਸਾਰਿਆਂ ਨੂੰ ਪੈਣਾ, ਪਰ ਜਾਣ ਤੱਕ ਗੁਰੂ ਸਾਹਿਬ ਜੀ ਕਹਿੰਦੇ ਇਹ ਯਾਤਰਾ ਜਿਹੜੀ ਹੈ ਸਫਲ ਹੋ ਜਾਏ, ਇਹ ਸੰਸਾਰ ਸਾਗਰ ਤੋਂ ਤੂੰ ਪਾਰ ਹੋ ਜਾਏ। ਇਹਦੀ ਸਾਰੀ ਜੁਗਤੀ ਜਿਹੜੀ ਹੈ ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ, ਪਾਤਸ਼ਾਹ ਨੇ ਸਾਨੂੰ ਦੱਸ ਦਿੱਤੀ ਹੈ। ਸੋ ਇਹ ਸੀ ਲੜੀਵਾਰ ਸ਼ਬਦ ਦਾ ਵਿਚਾਰ, ਜੋ ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਕੇ ਸਰਵਣ ਕਰਵਾਇਆ। ਇਸ ਦਾ ਭਾਵ ਅਰਥ ਮਹਾਰਾਜ ਜੀ ਸਭ ਦੇ ਹਿਰਦਿਆਂ 'ਤੇ ਵਸਾਉਣਾ, ਸਭ ਦਾ ਭਲਾ ਕਰਨਾ, ਸਭ ਦੇ ਬੱਚਿਆਂ ਨੂੰ ਦੇਸ਼ ਪ੍ਰਦੇਸ਼ ਖੁਸ਼ੀਆਂ, ਤੰਦਰੁਸਤੀਆਂ, ਕਾਮਯਾਬੀਆਂ, ਬੱਚਿਆਂ ਨੂੰ ਵਿੱਦਿਆ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਮਹਾਰਾਜ ਜੀ, ਔਰ ਸਰਬੱਤ ਦਾ ਭਲਾ ਕਰਨਾ, ਸਭ ਨੂੰ ਗਿਆਨ, ਸਭ ਨੂੰ ਅੰਮ੍ਰਿਤ ਵੇਲਾ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।